गुड मॉर्निंग 7th क्लास। बेटे ਤੁਹਾਡਾ ਅੱਜ ਦਾ ਟੌਪਿਕ ਹੈ ਨਗਰ ਵਪਾਰੀ ਅਤੇ ਕਾਰੀਗਰ। ਇਹ ਚੈਪਟਰ ਤੁਹਾਡਾ ਪਿਛਲੇ ਹਫਤੇ ਦੇ ਵਿੱਚ ਸੀ, ਪਰ ਮੈਂ ਤੁਹਾਨੂੰ ਤਾਂ ਕਰਵਾ ਰਹੀ ਹਾਂ ਤਾਂ ਕਿ ਤੁਹਾਨੂੰ ਪਿਛਲਾ ਵੀ ਕਲੀਅਰ ਹੋ ਜੇ। ਇਹਦੇ ਵਿੱਚ ਕੀ ਦਿੱਤਾ ਹੈ, ਖੇਤੀਬਾੜੀ ਦੀ ਖੋਜ ਕਰਨ ਪਿੱਛੋਂ ਆਦਿ ਮਨੁੱਖ ਨੇ ਆਪਣੇ ਖੇਤਾਂ ਦੇ ਨੇੜੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਸਮਾਂ ਬੀਤਣ ਦੇ ਨਾਲ ਜਦੋਂ ਕਾਫੀ ਗਿਣਤੀ ਵਿੱਚ ਲੋਕ ਪਿੰਡਾਂ ਵਿੱਚ ਰਹਿਣ ਲੱਗ ਗਏ ਤਾਂ ਇਹਨਾਂ ਵਿੱਚੋਂ ਬਹੁਤ ਸਾਰੇ ਪਿੰਡ ਉੱਨਤੀਕਰਨ ਕਰਕੇ ਨਗਰ ਬਣ ਗਏ ਅਤੇ ਨਗਰ ਧਾਰਮਿਕ ਵਿਅਕਤੀਆਂ, ਵਪਾਰੀਆਂ, ਕਾਰੀਗਰਾਂ, ਸ਼ਾਸਕ ਵਰਗ ਦੀਆਂ ਸਰਗਰਮੀਆਂ ਕਾਰਨ ਕੁਝ ਦਰਬਾਰੀ ਨਗਰ, ਕੁਝ ਤੀਰਥ ਸਥਾਨ ਅਤੇ ਕੁਝ ਬੰਦਰਗਾਹ ਨਗਰ ਅਤੇ ਕੁਝ ਵਪਾਰਕ ਨਗਰਾਂ ਵਜੋਂ ਪ੍ਰਫੁੱਲਤ ਹੋ ਗਏ। ਇਹਦੇ 'ਚ ਆਪਾਂ ਨੂੰ ਇਹ ਦੱਸਣਗੇ ਕਿ ਹੌਲੀ ਹੌਲੀ ਜਦੋਂ ਖੇਤੀਬਾੜੀ ਵਧੀ, ਖੇਤੀਬਾੜੀ ਵਧਣ ਦੇ ਨਾਲ ਨਾਲ ਕੀ ਹੋਇਆ ਕਿ ਵਪਾਰ ਵਧਣ ਲੱਗਾ। ਵਪਾਰ ਵਧੇ ਤਾਂ ਕਾਰੀਗਰ ਵੀ ਵਧਣਗੇ, ਵਪਾਰ ਵਧੂਗਾ ਤਾਂ ਆਪਣੇ ਕੋਲ ਪੈਸੇ ਆਉਣਗੇ। ਜਿਹੜੇ ਕਾਰੀਗਰ ਹੋਣਗੇ ਆਪਦੇ ਕੰਮ ਕਰ ਸਕਦੇ, ਉਹ ਕਾਰੀਗਰੀ ਵਧੂਗੀ, ਮਤਲਬ ਆਪਣੇ ਪੈਸੇ ਆਉਣ ਲੱਗਣਗੇ ਦੇਸ਼ ਦੇ ਵਿੱਚ। ਇਸ ਚੈਪਟਰ 'ਚ ਉਹ ਚੀਜ਼ ਦੱਸੀ ਹੈ। ਕਹਿੰਦੇ ਸਰੋਤ ਬਰਨੀਅਰ ਵਰਗੇ ਵਿਦੇਸ਼ੀ ਯਾਤਰੀ ਦੇ ਬਿਰਤਾਂਤ ਤੋਂ ਸਾਨੂੰ ਮੁਗਲ ਕਾਲ ਦੇ ਸ਼ਾਸਨ ਪ੍ਰਬੰਧ ਬਾਰੇ ਪਤਾ ਲੱਗਦਾ ਹੈ। ਇਹ ਲਾਈਨ ਨੂੰ ਅੰਡਰਲਾਈਨ ਕਰ ਲਓ, 1 ਨੰਬਰ ਦਾ ਕੁਐਸਚਨ ਇਹ ਬਣ ਜਾਂਦਾ ਹੁੰਦਾ। ਇਸ ਤਰ੍ਹਾਂ ਇੱਕ ਪੁਰਤਗਾਲੀ ਯਾਤਰੀ ਦੁਰਤ ਬਾਰਬੋਸਾ, ਇਹ ਵੀ ਨਾਮ ਯਾਦ ਰੱਖਣਾ ਹੈ। ਤੁਹਾਨੂੰ ਪੁੱਛ ਸਕਦੇ ਆ ਕਿ ਦੁਰਤ ਬਾਰਬੋਸਾ ਕੌਣ ਸੀ, ਤੁਸੀਂ ਕਹੋਗੇ ਇੱਕ ਪੁਰਤਗਾਲੀ ਯਾਤਰੀ। ਜਾਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਪੁਰਤਗਾਲੀ ਯਾਤਰੀ ਜੋ ਪਾਠ ਦੇ ਵਿੱਚ ਗੱਲ ਕੀਤੀ ਗਈ ਹੈ ਉਸ ਦਾ ਨਾਮ ਕੀ ਹੈ, ਤੁਸੀਂ ਕਹੋਗੇ ਦੁਰਤ ਬਾਰਬੋਸਾ। ਅੰਗਰੇਜ਼ੀ ਯਾਤਰੀ ਦਾ ਨਾਮ ਸੀ ਰਾਲਫ ਫਿਚ, ਜਿਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ। ਉਹਨਾਂ ਨੇ ਬਿਰਤਾਂਤਾਂ ਤੋਂ ਸਾਨੂੰ ਉਸ ਸਮੇਂ ਦੌਰਾਨ ਸ਼ਹਿਰੀ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਵਿਲੀਅਮ ਬੌਫਿਨ ਅਤੇ ਸਰ ਥਾਮਸ ਰੋਅ ਦੁਆਰਾ ਤਿਆਰ ਕੀਤੇ ਗਏ ਨਕਸ਼ਿਆਂ ਤੋਂ ਮੁਗਲ ਰਾਜ ਦੇ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। ਸਰ ਥਾਮਸ ਰੋਅ ਅਤੇ ਹੌਂਡਿਊ ਦੁਆਰਾ ਮੁਗਲ ਸਾਮਰਾਜ ਤਿਆਰ ਕੀਤੇ ਗਏ ਨਕਸ਼ੇ ਵਿੱਚ ਥਾਟਾ, ਲਾਹੌਰ, ਸੂਰਤ, ਮੁਲਤਾਨ ਸਥਾਨ ਦਰਸਾਏ ਗਏ ਹਨ। ਮੁਗਲਾਂ ਦੇ ਭੂਮੀ ਲਗਾਨ ਪ੍ਰਬੰਧ ਦੇ ਸਰਕਾਰੀ ਦਸਤਾਵੇਜ਼ ਅਤੇ ਭੂਮੀ ਗ੍ਰਾਂਟਾਂ ਤੋਂ ਵੀ ਸਾਨੂੰ ਨਵੇਂ ਅਤੇ ਪੁਰਾਣੇ ਨਗਰਾਂ ਬਾਰੇ ਜਾਣਕਾਰੀ ਮਿਲਦੀ ਹੈ। ਇਹ ਹੈ ਸਰੋਤ। ਸਰੋਤ ਮਤਲਬ ਸਾਨੂੰ ਪੁਰਾਣੀ ਜਾਣਕਾਰੀ ਮਿਲੀ ਕਿੱਥੋਂ ਹੈ, ਕਿਹੜੇ ਲੋਕ ਸੀ ਜਿਨ੍ਹਾਂ ਨੇ ਸਾਨੂੰ ਮੁਗਲ ਜਾਂ ਜੋ ਵੀ ਪੁਰਾਣੀ ਜਾਣਕਾਰੀ ਮਿਲੀ ਹੈ, ਦਸਤਾਵੇਜ਼ ਮਿਲੀ ਹੈ, ਉਹ ਸਾਨੂੰ ਕਿੱਥੋਂ ਮਿਲੀ ਹੈ, ਇਹਨਾਂ ਲੋਕਾਂ ਦੇ ਦੁਆਰਾ ਮਿਲੀ ਹੈ। ਅੱਗੇ ਹੈ ਰਾਜਧਾਨੀ ਨਗਰ ਜਾਂ ਦਰਬਾਰੀ ਨਗਰ। ਹੜੱਪਾ, ਮੋਹਿੰਜੋਦੜੋ, ਸਿੰਧੂ ਘਾਟੀ ਲੋਕਾਂ ਦੇ ਰਾਜਧਾਨੀ ਨਗਰ ਹਨ। ਅੰਡਰਲਾਈਨ ਕਰ ਲਓ ਇਸ ਲਾਈਨ ਨੂੰ। ਵੈਦਿਕ ਕਾਲ ਵਿੱਚ ਅਯੋਧਿਆ ਅਤੇ ਇੰਦਰਪ੍ਰਸਥ ਰਾਜਧਾਨੀ ਨਗਰ ਸਨ। ਇਹ ਵੀ ਲਾਈਨ ਅੰਡਰਲਾਈਨ ਕਰੋ। ਜਿਹੜੀ ਮੈਂ ਤੁਹਾਨੂੰ ਲਾਈਨਸ ਅੰਡਰਲਾਈਨ ਕਰਵਾ ਰਹੀ ਹਾਂ, ਥੱਲੇ ਲਾਈਨ ਲਗਵਾ ਰਹੀ ਹਾਂ, ਇਹ 1-1 ਨੰਬਰ ਦੇ ਕੁਐਸਚਨ ਹੁੰਦੇ ਆ। 600 ਈਸਵੀ ਪੂਰਵ ਵਿੱਚ 16 ਜਨਪਦਾਂ ਦੇ ਆਪਣੇ ਆਪਣੇ ਰਾਜਧਾਨੀ ਨਗਰ ਸਨ। ਕਿੰਨੇ ਜਨਪਦ ਸੀ? ਮਹਾਜਨਪਦ ਸੀ 16। ਉਹਨਾਂ ਵਿੱਚੋਂ ਕੌਸ਼ਾਂਬੀ, ਪਾਟਲੀਪੁੱਤਰ ਅਤੇ ਵਿਸ਼ਾਲੀ ਬਹੁਤ ਪ੍ਰਸਿੱਧ ਸਨ। ਰਾਜਪੂਤ ਸ਼ਾਸਕਾਂ ਅਧੀਨ ਅਜਮੇਰ, ਕਨੌਜ, ਤ੍ਰਿਪੁਰੀ, ਦਿੱਲੀ, ਆਗਰਾ, ਫਤਿਹਪੁਰ ਸਿਕਰੀ ਆਦਿ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ। ਦੱਖਣੀ ਭਾਰਤ ਵਿੱਚ ਕਾਂਚੀ, ਬਦਾਮੀ, ਕਲਿਆਣੀ, ਵੈਂਗੀ, ਦੇਵਗਿਰੀ, ਮਾਨਖੇਤ, ਤੰਜੋਰ ਅਤੇ ਮਦੁਰਾਈ ਆਦਿ ਰਾਜਧਾਨੀ ਨਗਰ ਸਨ। ਇਹ ਤੁਹਾਨੂੰ ਨਾਮ ਯਾਦ ਕਰਨੇ, ਜੇ ਨਾਮ ਆ ਗਏ ਤਾਂ ਇਹਦਾ 1-1 ਕੁਐਸਚਨ ਬਣ ਜੂਗਾ। ਦਿੱਲੀ ਸਲਤਨਤ ਦੇ ਰਾਜਕਾਲ ਸਮੇਂ ਲਾਹੌਰ ਅਤੇ ਦਿੱਲੀ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ। ਮੁਗਲ ਕਾਲ ਸਮੇਂ ਦਿੱਲੀ, ਆਗਰਾ, ਫਤਿਹਪੁਰ ਸਿਕਰੀ ਮੁਗਲਾਂ ਦੇ ਰਾਜਧਾਨੀ ਨਗਰ ਸਨ। ਦੈਨ ਹੈ ਬੰਦਰਗਾਹ ਨਗਰ। ਇਹ ਬਹੁਤ ਇੰਪੋਰਟੈਂਟ ਹੈ। ਤੀਜੀ ਲਾਈਨ 'ਚ ਦੇਖੋ, ਇੱਥੇ ਲਿਖਿਆ ਹੋਇਆ ਹੈ। ਪਹਿਲਾਂ ਤਾਂ ਇਹਨਾਂ ਨੇ ਕੀ ਕਿਹਾ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਬੰਦਰਗਾਹ ਨਗਰ ਹਨ ਕਿਉਂਕਿ ਭਾਰਤ ਦੇ 3 ਪਾਸੇ ਸਮੁੰਦਰ ਲੱਗਦੇ ਹਨ। ਭਾਰਤ ਦੇ ਪੱਛਮੀ ਸਮੁੰਦਰੀ ਤੱਟ ਉੱਤੇ ਗੋਆ, ਕੋਚੀਨ, ਸੂਰਤ, ਭਰੂਚ, ਸੋਪਾਰਾ ਇਹ ਬੰਦਰਗਾਹ ਹਨ। ਮੱਧਕਾਲੀਨ ਯੁੱਗ ਵਿੱਚ ਭਾਰਤ ਦੇ ਪੂਰਬੀ ਸਮੁੰਦਰੀ ਤੱਟ ਉੱਤੇ ਵਿਸ਼ਾਖਾਪਟਨਮ, ਟਿਕ ਕਰੋ, ਅਤੇ ਤਾਮਰਲਿਪਤੀ ਜਿਹੜਾ ਕਿ ਤਾਮਲੁਕ ਬੰਗਾਲ ਵਿੱਚ ਹੈ। ਤਾਮਰਲਿਪਤੀ ਤਾਂ ਵਰਡ ਕਿਤੇ ਨਹੀਂ ਪੁੱਛਦੇ, ਉਹ ਵਿਸ਼ਾਖਾਪਟਨਮ ਬਾਰੇ ਪੁੱਛਦੇ ਹੈ ਜੋ ਕਿ ਆਂਧਰਾ ਪ੍ਰਦੇਸ਼ ਵਿੱਚ ਹੈ। ਫਿਰ ਅਗਲੇ ਵੀ ਦੋਨੋਂ ਪੁਆਇੰਟ ਟਿਕ ਕਰਨੇ ਤੁਸੀਂ। ਤੀਰਥ ਸਥਾਨ ਕਿੱਥੇ ਕਿੱਥੇ ਹੈ? ਨਨਕਾਣਾ ਸਾਹਿਬ, ਅੰਮ੍ਰਿਤਸਰ, ਕੁਰੂਕਸ਼ੇਤਰ, ਜਗਨਾਥਪੁਰੀ, ਦੁਆਰਕਾਪੁਰੀ ਇਹ ਹੈ ਆਪਣੇ ਤੀਰਥ ਸਥਾਨ। ਵਪਾਰਕ ਨਗਰ ਜਿੱਥੋਂ ਵਪਾਰ ਆਪਾਂ ਕਰਦੇ ਹਾਂ, ਦਿੱਲੀ, ਸੂਰਤ, ਆਗਰਾ, ਅਹਿਮਦਾਬਾਦ, ਅਹਿਮਦਨਗਰ, ਗੋਆ, ਦਮਨ ਐਂਡ ਦਿਊ ਇਹ ਆਪਣੇ ਵਪਾਰਕ ਨਗਰ ਹੈ। ਬੇਟੇ ਇਹ ਕੁਐਸਚਨਸ ਬਣਨੇ ਆ ਆਪਾਂ ਨੂੰ। ਵਪਾਰਕ ਨਗਰ ਕੀ ਹੁੰਦਾ ਹੈ? ਇਹਨਾਂ ਨੇ ਕੀ ਕਿਹਾ ਕਿ ਅੰਦਰ ਇੱਕ ਅਜਿਹਾ ਸਥਾਨ ਜਿੱਥੇ ਵੱਖ-ਵੱਖ ਉਤਪਾਦਨ ਕੇਂਦਰਾਂ ਤੋਂ ਆਉਣ ਵਾਲਾ ਸਮਾਨ ਖਰੀਦਿਆ ਜਾਂ ਵੇਚਿਆ ਜਾਂਦਾ ਹੈ। ਇਹ ਹੈਗੀ ਹੈ ਉਦਾਹਰਨ, ਇਹਨੂੰ ਤੁਸੀਂ ਲਰਨ ਕਰਨਾ ਹੈ।
ਦੈਨ ਹੈ ਵਪਾਰੀ ਅਤੇ ਕਾਰੀਗਰ। ਭਾਰਤ ਦੇਸ਼ ਦੀ ਆਰਥਿਕ ਸਥਿਤੀ ਵਿੱਚ ਭਾਰਤੀ ਵਪਾਰੀਆਂ ਅਤੇ ਕਾਰੀਗਰਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਭਾਰਤੀ ਕਾਰੀਗਰ ਕਈ ਕਿਸਮਾਂ ਦਾ ਵਧੀਆ ਮਾਲ ਤਿਆਰ ਕਰਨ ਵਿੱਚ ਨਿਪੁੰਨ ਸਨ। ਉਹ ਕੱਪੜਾ ਉਦਯੋਗ ਵਿੱਚ ਨਿਪੁੰਨ ਸਨ। ਇਹ ਲਾਈਨ ਅੰਡਰਲਾਈਨ ਕਰ ਲਓ, ਭਾਰਤੀਆਂ ਬਾਰੇ ਗੱਲ ਹੋ ਰਹੀ ਹੈ। ਉਹਨਾਂ ਦੁਆਰਾ ਤਿਆਰ ਕੀਤਾ ਗਿਆ ਉੱਨੀ, ਸੂਤੀ, ਰੇਸ਼ਮੀ ਕੱਪੜਾ ਸੰਸਾਰ ਭਰ ਵਿੱਚ ਪ੍ਰਸਿੱਧ ਸੀ। ਉਹ ਚਮੜੇ ਦਾ ਸਮਾਨ ਤਿਆਰ ਕਰਕੇ ਵੀ ਚਮੜੇ ਦਾ ਸਮਾਨ ਤਿਆਰ ਕਰਨ ਵਿੱਚ ਵੀ ਬਹੁਤ ਨਿਪੁੰਨ ਸਨ। ਇੱਕ ਵਰਡ ਆਊਗਾ ਗਿਲਡ। ਭਾਰਤ ਦੇ ਵਪਾਰੀਆਂ ਅਤੇ ਕਾਰੀਗਰਾਂ ਨੇ ਆਪਣੇ ਗਿਲਡ ਸਥਾਪਿਤ ਕੀਤੇ ਹੋਏ ਸੀ। ਗਿਲਡ ਕੀ ਹੁੰਦਾ ਬੇਟੇ? ਇੱਕ ਸੰਘ ਹੁੰਦਾ ਹੈ ਜਿੱਥੇ ਸਾਰੇ ਵਪਾਰੀ ਮੈਂਬਰ ਵਜੋਂ ਕੰਮ ਕਰਦੇ ਹੁੰਦੇ ਹੈ। ਇੱਕੋ ਜਿਹਾ ਕੰਮ ਹੁੰਦਾ। ਮੰਨ ਲਓ ਜੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਆ ਤਾਂ ਜੁੱਤੀਆਂ ਗੰਢਣ ਦੇ ਕੰਮ ਇਕੱਠਾ ਕਰਦੇ ਆ ਅਤੇ ਉਹਨੂੰ ਗਿਲਡ ਕਿਹਾ ਜਾਂਦਾ ਹੁੰਦਾ ਸੀ। ਇਹਨਾਂ ਗਿਲਡਾਂ ਨੇ ਅਲੱਗ-ਅਲੱਗ ਪ੍ਰਕਾਰ ਦਾ ਵਧੀਆ ਮਾਲ ਤਿਆਰ ਕਰਕੇ ਕਾਰੀਗਰਾਂ ਦੇ ਹੱਥ ਵਿੱਚ ਫੜਾਉਂਦੇ ਸੀ, ਵਪਾਰੀਆਂ ਦੀ ਮਦਦ ਕੀਤੀ ਅਤੇ ਹੋਰ ਦੇਸ਼ ਵਪਾਰ ਦੇ ਖੇਤਰ ਵਿੱਚ ਉਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਿਆ ਸੀ। ਅੱਗੇ ਹੈ ਲਾਹੌਰ ਬਾਰੇ, ਅੰਮ੍ਰਿਤਸਰ ਬਾਰੇ ਅਤੇ ਸੂਰਤ ਬਾਰੇ। ਲਾਹੌਰ ਪਾਕਿਸਤਾਨ ਦਾ ਪ੍ਰਸਿੱਧ ਸ਼ਹਿਰ ਹੈ। ਮੱਧਕਾਲੀਨ ਯੁੱਗ ਵਿੱਚ ਇਹ ਭਾਰਤ ਦਾ ਪ੍ਰਮੁੱਖ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਨਗਰ ਸੀ। ਇਸ ਲਾਈਨ ਨੂੰ ਟਿਕ ਕਰ ਲਓ। ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਮੱਧਕਾਲੀਨ ਯੁੱਗ ਵਿੱਚ ਭਾਰਤ ਦਾ ਪ੍ਰਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਕੌਣ ਸੀ? ਤਾਂ ਤੁਸੀਂ ਕਹੋਗੇ ਲਾਹੌਰ ਸੀ। ਅਤੇ ਇੱਕ ਹੋਰ ਚੀਜ਼ ਇੱਥੇ ਤੀਜੀ ਲਾਈਨ 'ਚ ਦੇਖੋ, ਭਾਰਤ ਵਿੱਚ ਤੁਰਕਾਂ ਦੇ ਹਮਲਿਆਂ ਸਮੇਂ ਲਾਹੌਰ ਹਿੰਦੂ ਸ਼ਾਹੀ ਵੰਸ਼ ਨੇ ਸ਼ਾਸਕਾਂ ਦੀ ਰਾਜਧਾਨੀ ਸੀ। ਇਸ ਲਾਈਨ ਨੂੰ ਵੀ ਲਰਨ ਕਰਨਾ ਹੈ। ਇਸ ਤੋਂ ਬਾਅਦ ਲਾਹੌਰ ਕੁਤਬਦੀਨ ਐਬਕ ਅਤੇ ਇਲਤੁਤਮਿਸ਼ ਸ਼ਾਸਕਾਂ ਦੀ ਰਾਜਧਾਨੀ ਰਿਹਾ। ਇਲਤੁਤਮਿਸ਼ ਦੀ ਕੁੜੀ ਕਿਹੜੀ ਸੀ? ਜਿਹੜਾ ਤੁਹਾਨੂੰ ਪੈਸ ਦੇ ਵਿੱਚ ਟੈਸਟ ਦੇ ਪੇਪਰ ਵੀ ਆਇਆ ਸੀ, ਰਜ਼ੀਆ ਸੁਲਤਾਨ। ਇਲਤੁਤਮਿਸ਼ ਨੇ ਬਾਅਦ ਵਿੱਚ ਦਿੱਲੀ ਦੀ ਬਜਾਏ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਭਾਰਤ ਉੱਤੇ ਬਾਬਰ ਦੇ ਹਮਲੇ ਸਮੇਂ ਦੌਲਤ ਖਾਨ ਲੋਧੀ ਭਾਰਤ ਦਾ ਗਵਰਨਰ ਸੀ। ਇਹ ਵੀ ਲਾਈਨ ਟਿਕ ਕਰੋ ਕਿ ਜਦੋਂ ਬਾਬਰ ਨੇ ਹਮਲਾ ਕੀਤਾ ਤਾਂ ਕੌਣ ਗਵਰਨਰ ਸੀ? ਦੌਲਤ ਖਾਨ ਲੋਧੀ। ਮੁਗਲਾਂ ਦੇ ਰਾਜਕਾਲ ਵਿੱਚ ਲਾਹੌਰ ਪੰਜਾਬ ਦੀ ਰਾਜਧਾਨੀ ਸੀ। ਜਦੋਂ ਮੁਗਲ ਰਾਜ ਕਰਦੇ ਸੀ ਤਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਲਾਹੌਰ ਸੀ। 1761 ਈਸਵੀ ਵਿੱਚ ਸਿੱਖਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। 1799 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਧਿਕਾਰ ਕਰ ਲਿਆ ਅਤੇ ਉਸਨੂੰ ਰਾਜਧਾਨੀ ਬਣਾ ਲਿਆ। 49 ਵਿੱਚ ਅੰਗਰੇਜ਼ਾਂ ਨੇ 49 ਤੋਂ 47 ਤੱਕ ਲਾਹੌਰ ਪੰਜਾਬ ਰਾਜ ਦੀ ਰਾਜਧਾਨੀ ਰਿਹਾ। 47 ਦੇ ਵਿੱਚ ਵੰਡ ਹੋ ਗਈ ਅਤੇ ਪਾਕਿਸਤਾਨ ਬਣ ਗਿਆ। ਇਸ ਪੈਰੇ ਨੂੰ 2-3 ਵਾਰ ਪੜ੍ਹਿਓ, ਤੁਹਾਨੂੰ ਫਿਰ ਸਮਝ ਆਊਗਾ। ਬਹੁਤ ਹੀ ਕੁਐਸਚਨਸ ਬਣਦੇ ਹੁੰਦੇ ਇਸ ਪੈਰੇ 'ਚ। ਅਗਲਾ ਅੰਮ੍ਰਿਤਸਰ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅੰਮ੍ਰਿਤਸਰ ਸਿੱਖਾਂ ਦਾ ਪ੍ਰਸਿੱਧ ਤੀਰਥ ਸਥਾਨ ਹੈ। ਇੱਥੇ ਹਰਿਮੰਦਰ ਸਾਹਿਬ ਬਣਿਆ ਹੋਇਆ ਹੈ। ਇੱਥੇ ਦੁਰਗਿਆਨਾ ਮੰਦਿਰ ਵੀ ਹੈਗਾ। ਉਹ ਸਾਰੀ ਚੀਜ਼ ਦੱਸਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਗਈ ਹੈ। ਇਸ ਸ਼ਹਿਰ ਨੂੰ ਰਾਮਦਾਸ, ਇਹਦਾ ਦਾ ਪਹਿਲਾ ਨਾਮ ਅੰਮ੍ਰਿਤਸਰ ਦਾ ਸੀ ਰਾਮਦਾਸਪੁਰ, ਕਿਉਂਕਿ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਨੂੰ ਸਥਾਪਿਤ ਕਰਵਾਇਆ ਸੀ, ਇਸ ਕਰਕੇ ਰਾਮਦਾਸਪੁਰ ਸੀ। ਇੱਥੇ ਤੀਜੀ ਲਾਈਨ 'ਚ ਹੈ, ਗੁਰੂ ਰਾਮਦਾਸ ਜੀ ਨੇ ਚੱਕ ਗੁਰੂ ਰਾਮਦਾਸ ਵਿੱਚ ਅੰਮ੍ਰਿਤਸਰ ਅਤੇ ਸੰਤੋਖਸਰ ਨਾਮ ਦੇ 2 ਸਰੋਵਰ ਬਣਵਾਏ ਸੀ। ਅਤੇ ਜਦੋਂ ਗੁਰੂ ਜੀ ਜੋਤੀ ਜੋਤ ਸਮਾ ਗਏ ਸੀ ਤਾਂ ਉਹਨਾਂ ਦਾ ਕੰਮ ਪੂਰਾ ਕਿਹਨੇ ਕਰਵਾਇਆ ਸੀ? 5ਵੇਂ ਗੁਰੂ ਨੇ, ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ। ਅਤੇ 1604 ਈਸਵੀ ਵਿੱਚ ਇਹ ਲਾਈਨ ਟਿਕ ਕਰ ਲਓ, ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਦੈਨ ਹੈ 1609 ਈਸਵੀ ਵਿੱਚ ਇੱਥੇ 6ਵੇਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ। ਲਾਈਨ ਟਿਕ ਕਰੋ, ਅਕਾਲ ਤਖਤ ਦੀ ਸਥਾਪਨਾ ਕੀਤੀ। ਇੱਥੇ ਗੁਰੂ ਜੀ ਬੈਠ ਕੇ ਗੁਰੂ ਸਿੱਖਾਂ ਤੋਂ ਘੋੜੇ ਅਤੇ ਹਥਿਆਰਾਂ ਦਾ ਭੇਟਾ ਸਵੀਕਾਰ ਕਰਦੇ ਸਨ। ਇੱਥੇ ਬੈਠ ਕੇ ਰਾਜਨੀਤਿਕ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤੇ ਜਾਂਦੇ ਸੀ ਅਤੇ ਰਾਜਨੀਤਿਕ ਫੈਸਲੇ ਵੀ ਕੀਤੇ ਜਾਂਦੇ ਸੀ। ਅਗਲਾ ਪੁਆਇੰਟ ਹੈ ਸੂਰਤ। ਇਹ ਸੂਰਤ ਦੇ ਨਾਮ ਤੋਂ ਹੀ ਤੁਹਾਨੂੰ ਯਾਦ ਹੋਣਾ ਚਾਹੀਦਾ ਹਮੇਸ਼ਾ ਕਿ ਇੱਕ ਬੰਦਰਗਾਹ ਹੈ, ਇੱਕ ਵਪਾਰਕ ਨਗਰ ਹੈ। ਬਹੁਤ ਵੱਡੇ ਉਦਯੋਗ ਇੱਥੇ ਚਲਾਏ ਗਏ ਸਨ। ਮਤਲਬ ਇਹ ਕੇਂਦਰ ਹੈ ਵੱਡੇ ਉਦਯੋਗਾਂ ਦੀ। ਲਾਈਨ ਲਿਖੀ ਵੀ ਹੋਊਗੀ, ਆ ਦੇਖੋ ਤੀਜੀ ਲਾਈਨ ਲਿਖੀ ਵੀ ਹੈ। ਸੂਰਤ ਹੈ ਕਿਤੇ? ਸੂਰਤ ਗੁਜਰਾਤ ਪ੍ਰਾਂਤ ਦੇ ਵਿੱਚ ਹੈ। ਸ਼ਿਵਾਜੀ ਮਰਾਠਾ ਨੇ ਇਸ ਨੂੰ 2 ਵਾਰ ਲੁੱਟਿਆ ਸੀ ਅਤੇ ਉਸ ਦੇ ਹੱਥ ਬਹੁਤ ਸਾਰੀ ਧਨ ਦੌਲਤ ਲੱਗੀ ਸੀ। 12ਵੀਂ ਸਦੀ ਵਿੱਚ ਪਾਰਸੀਆਂ ਨੇ ਸੂਰਤ ਉੱਤੇ ਅਧਿਕਾਰ ਕਰ ਲਿਆ ਸੀ। 1512 ਵਿੱਚ ਪੁਰਤਗਾਲੀ ਆ ਗਏ ਸੀ। 1573 ਵਿੱਚ ਅਕਬਰ ਆਇਆ ਸੀ। 1612 ਵਿੱਚ ਫਿਰ ਅੰਗਰੇਜ਼ਾਂ ਨੇ ਜਹਾਂਗੀਰ ਬਾਦਸ਼ਾਹ ਤੋਂ ਇੱਥੇ ਵਪਾਰ ਕਰਨ ਦੀਆਂ ਰਿਆਇਤਾਂ ਪ੍ਰਾਪਤ ਕਰ ਲਈਆਂ ਸਨ। ਇੱਥੇ ਪੁਰਤਗਾਲੀਆਂ, ਡੱਚਾਂ ਅਤੇ ਫਰਾਂਸੀਸੀਆਂ ਨੇ ਵਪਾਰਕ ਕੇਂਦਰ ਸਥਾਪਿਤ ਕੀਤੇ ਸਨ। 1759 ਈਸਵੀ ਵਿੱਚ ਅੰਗਰੇਜ਼ਾਂ ਨੇ ਸੂਰਤ ਦੇ ਕਿਲ੍ਹੇ ਉੱਤੇ ਅਧਿਕਾਰ ਕਰ ਲਿਆ ਸੀ। 1842 ਈਸਵੀ ਵਿੱਚ ਅੰਗਰੇਜ਼ਾਂ ਨੇ ਸੂਰਤ ਉੱਪਰ
ਪੂਰੀ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਸੀ। ਇੱਥੇ ਖਵਾਜਾ ਸਾਹਿਬ ਦੀ ਮਸਜਿਦ ਅਤੇ 9 ਸਈਦਾਂ ਦੀ ਮਸਜਿਦ ਪ੍ਰਸਿੱਧ ਹੈ। ਇੱਥੇ ਸਵਾਮੀ ਨਾਰਾਇਣ ਦਾ ਮੰਦਰ ਅਤੇ ਜੈਨੀਆਂ ਦੇ ਪੁਰਾਣੇ ਮੰਦਰ ਮਹੱਤਵਪੂਰਨ ਹਨ। ਸੂਰਤ ਇੱਕ ਮਹੱਤਵਪੂਰਨ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ। ਆਈ ਹੋਪ ਤੁਹਾਨੂੰ ਇਹ ਚੈਪਟਰ ਪੂਰਾ ਕਲੀਅਰ ਹੋਇਆ ਹੋਊਗਾ। ਯਾਦ ਰੱਖਣ ਯੋਗ ਚੀਜ਼ਾਂ ਰਾਜੇ ਕੀ ਹੈ, ਇੱਕ ਤਾਂ ਦਰਬਾਰੀ ਨਗਰ ਯਾਦ ਕਰ ਲਿਓ, ਜਿਹੜੇ ਹੜੱਪਾ, ਮਹਿੰਜੋਦੜੋ, ਇੰਦਰਪ੍ਰਸਥ, ਪਾਟਲੀਪੁੱਤਰ, ਵਿਸ਼ਾਲੀ, ਕਾਂਚੀ, ਬਦਾਮੀ, ਇਹ ਤਾਂ ਨਾਮ ਕੁਐਸਚਨਸ 'ਚ ਆਣੇ ਹੈ ਤੁਹਾਨੂੰ। ਉਸ ਤੋਂ ਬਾਅਦ ਬੰਦਰਗਾਹ ਨਗਰ ਕਿਹੜੇ ਹੈ, ਬਹੁਤ ਇੰਪੋਰਟੈਂਟ ਹੈ। ਬੰਦਰਗਾਹ ਨਗਰ ਗੋਆ, ਕੋਚੀਨ, ਸੂਰਤ, ਭਰੂਚ, ਸਪਾਰਾ। ਤੀਰਥ ਸਥਾਨ ਤੁਹਾਨੂੰ ਮੈਂ ਬੋਲੇ ਸੀ। ਵਪਾਰਕ ਨਗਰ ਵੀ ਤੁਹਾਨੂੰ ਬੋਲੇ ਸੀ, ਦਿੱਲੀ, ਆਗਰਾ, ਸੂਰਤ, ਅਹਿਮਦਾਬਾਦ, ਅਹਿਮਦ ਨਗਰ, ਗੋਆ, ਦਮਨ, ਦਿਊ। ਫਿਰ ਮੱਧਕਾਲੀਨ ਯੁੱਗ ਵਿੱਚ ਲਾਹੌਰ ਭਾਰਤ ਦਾ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਸੀ। ਅੰਮ੍ਰਿਤਸਰ ਤੀਰਥ ਸਥਾਨ ਹੈ ਅਤੇ ਸੂਰਤ ਕੀ ਹੈ, ਬੰਦਰਗਾਹ ਹੈ ਅਤੇ ਵਪਾਰਕ ਕੇਂਦਰ ਹੈ। ਇਹ ਹੈ ਤੁਹਾਡਾ ਚੈਪਟਰ ਜੋ ਪੂਰਾ ਹੋ ਗਿਆ। ਕੋਈ 4 ਤੀਰਥ ਸਥਾਨਾਂ ਦੇ ਨਾਮ ਦੱਸੋ। ਹੁਣ 4 ਤੀਰਥ ਸਥਾਨਾਂ ਦੇ ਨਾਮ ਕੀ ਹੈ, ਨਨਕਾਣਾ ਸਾਹਿਬ, ਅੰਮ੍ਰਿਤਸਰ, ਕੁਰੂਕਸ਼ੇਤਰ, ਜਗਨਨਾਥਪੁਰੀ, ਦੁਆਰਕਾਪੁਰੀ। ਮੁਗਲ ਸਾਮਰਾਜ ਦੇ ਕੋਈ 2 ਰਾਜਧਾਨੀ ਨਗਰਾਂ ਦੇ ਨਾਮ ਦੱਸੋ। ਜਿਹੜੇ ਵੀ 2 ਰਾਜਧਾਨੀ ਨਗਰ ਆਪਾਂ ਕਿਹੜੇ ਪੜ੍ਹੇ ਸੀਗੇ, ਲਾਹੌਰ। ਲਾਹੌਰ ਦੇ ਵਿੱਚ ਆਪਾਂ ਇਹ ਗੱਲ ਕਹੀ ਸੀ ਨਾ ਕਿ ਮੁਗਲਾਂ ਨੇ ਰਾਜਕਾਲ ਵਿੱਚ ਲਾਹੌਰ ਪੰਜਾਬ ਦੀ ਰਾਜਧਾਨੀ ਸੀ, ਪੰਜਾਬ ਦੀ ਰਾਜਧਾਨੀ ਲਾਹੌਰ ਬਣਾਇਆ ਹੋਇਆ ਸੀ। ਨੈਕਸਟ ਕੁਐਸਚਨ ਹੈ, ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਗੁਰੂ ਸਾਹਿਬਾਂ ਨੇ ਰੱਖੀ ਸੀ। ਚੌਥੇ ਗੁਰੂ ਰਾਮਦਾਸ ਜੀ ਨੇ ਰੱਖੀ ਸੀ। ਕਦੋਂ ਰੱਖੀ ਸੀ, 1577 ਈਸਵੀ ਵਿੱਚ ਰੱਖੀ ਸੀ। ਸੂਰਤ ਕਿੱਥੇ ਸਥਿਤ ਹੈ, ਸੂਰਤ ਤੁਹਾਨੂੰ ਦੱਸਿਆ ਸੀ ਗੁਜਰਾਤ ਪ੍ਰਾਂਤ ਵਿੱਚ ਸਥਿਤ ਹੈ। ਜਮਾਂ ਛੋਟੇ ਛੋਟੇ ਕੁਐਸਚਨ ਹੈ ਬੇਟੇ। ਉਸ ਤੋਂ ਬਾਅਦ ਖਾਲੀ ਥਾਵਾਂ ਇਹਦੀਆਂ ਮੈਂ ਤੁਹਾਨੂੰ ਭਰ ਕੇ ਫੋਟੋ ਭੇਜਦੀ ਹਾਂ, ਉਹ ਤੋਂ ਕਰ ਲਿਓ। ਥੈਂਕ ਯੂ ਬੇਟੇ।